हेलो फ्रेंड्स, वेलकम बैक टू माई न्यू वीडियो। तो इस वीडियो 'ਚ ਆਪਾਂ ਗੱਲ ਕਰਾਂਗੇ ਐਗਰੋ ਫੋਰੈਸਟਰੀ ਬਾਰੇ। ਤੇ ਇਸ ਵੀਡੀਓ ਦੇ ਜੋ ਟੌਪਿਕਸ ਰਹਿਣਗੇ ਉਹ ਰਹਿਣਗੇ ਟਾਈਪਸ ਆਫ ਐਗਰੋ ਫੋਰੈਸਟਰੀ ਇਨ ਪੰਜਾਬ, ਐਗਰੋ ਫੋਰੈਸਟਰੀ ਟਰੀਜ਼ ਆਫ ਪੰਜਾਬ ਐਂਡ ਦ ਲਾਸਟ ਵਨ ਕੰਡੀ ਰੀਜਨ ਟਰੀ ਸਪੀਸੀਜ਼। ਸੋ ਸਟਾਰਟ ਵਿਦ ਦ ਫਸਟ ਵਨ, ਦੈਟ ਇਜ਼ ਐਗਰੋ ਟਾਈਪਸ ਆਫ ਐਗਰੋ ਫੋਰੈਸਟਰੀ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਟ ਇਜ਼ ਐਗਰੋ ਫੋਰੈਸਟਰੀ। It is a technique in which trees and crops are growing together on the same piece of land। ਤਾਂ ਇਹ ਇੱਕ ਤਰ੍ਹਾਂ ਦੀ ਟੈਕਨੀਕ ਹੈ ਜਿਸ ਦੇ ਵਿੱਚ ਟਰੀਜ਼ ਫੋਰੈਸਟ ਪਰਪਸ ਵਾਸਤੇ, ਕ੍ਰੌਪਸ ਜਿਹੜੀਆਂ ਇਰੀਗੇਸ਼ਨ 'ਚ ਹੁੰਦੀਆਂ ਨੇ, ਤੇ ਇਹਨਾਂ ਨੂੰ ਇੱਕੋ ਫੀਲਡ ਦੇ ਉੱਤੇ, ਇੱਕੋ ਪੀਸ ਆਫ ਲੈਂਡ ਦੇ ਉੱਤੇ ਟੂਗੈਦਰ ਗਰੋ ਕਰਦੇ ਆ, ਉਸਨੂੰ ਐਗਰੋ ਫੋਰੈਸਟਰੀ ਕਹਿੰਦੇ ਨੇ। ਜਿਵੇਂ ਕਿ ਬੇਸਿਕਲੀ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ, ਜਾਂ ਜੇ ਕੋਈ ਬੰਦਾ ਹੋਰ ਕਿਤੇ ਟਰੈਵਲ ਕਰ ਰਿਹਾ ਉੱਥੇ ਵੀ ਆਪਾਂ ਦੇਖਦੇ ਹਾਂ ਆਪਣੇ ਜਿਹੜੇ ਖੇਤ ਹੁੰਦੇ ਨੇ ਜਾਂ ਫਿਰ ਜਿਹੜੇ ਆਪਣੀ ਇਰੀਗੇਸ਼ਨ ਫੀਲਡਸ ਹੁੰਦੀਆਂ ਉੱਥੇ ਪੈਰਲਰੀ ਟਰੀਜ਼ ਵੀ ਗਰੋ ਹੁੰਦੇ ਨੇ। ਤਾਂ ਉਹ ਇੱਕ ਟਾਈਪ ਆਫ ਐਗਰੋ ਫੋਰੈਸਟਰੀ ਹੈ। ਤੇ ਜਿਹੜੀ ਐਗਰੋ ਫੋਰੈਸਟਰੀ ਹੈ ਇਹ ਫਾਰਮਲੀ ਯੂਜ਼ਡ ਹੋਈ ਸੀ 20th ਸੈਂਚੁਰੀ ਦੇ ਵਿੱਚ। ਤੇ ਇਸ ਦੇ ਜਿਹੜੇ ਫਾਦਰ ਮੰਨੇ ਜਾਂਦੇ ਨੇ ਉਹ ਮੰਨੇ ਜਾਂਦੇ ਨੇ ਜੇ ਰਸਲ ਸਮਿਥ। ਇਹਨਾਂ ਨੇ ਆਪਣੀ ਬੁੱਕ ਟਰੀ ਕ੍ਰੌਪਸ ਅ ਪਰਮਾਨੈਂਟ ਐਗਰੀਕਲਚਰ 1992 ਦੇ ਵਿੱਚ ਇਸ ਦੀ ਸਭ ਤੋਂ ਪਹਿਲੀ ਵਾਰੀ ਗੱਲ ਕੀਤੀ ਸੀ। ਇਹਨਾਂ ਨੂੰ ਇਸ ਕਰਕੇ ਫਾਦਰ ਆਫ ਐਗਰੋ ਫੋਰੈਸਟਰੀ ਵੀ ਕਿਹਾ ਜਾਂਦਾ ਹੈ। ਤੇ ਜੇ ਇਹਨਾਂ ਐਗਰੋ ਫੋਰੈਸਟਰੀ ਦੀ ਟਾਈਪਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਹੈਗੀ ਹੈ ਐਗਰੀ ਸਿਲਵੀਕਲਚਰਲ ਸਿਸਟਮ, second is silvopastoral system, and the last one is agro silvopastoral system, which is a combination of first two ones। ਤੇ ਹੁਣ ਮੂਵ ਕਰਦੇ ਹਾਂ ਪਹਿਲੇ ਟਾਈਪ ਕਰਨੀ। The first one ਹੈ agri silvicultural system। It is in this crops and trees are grown on same land such as home gardens। ਤਾਂ ਇਹ ਜਿਹੜੀ ਟਾਈਪ ਹੈ ਇਸ ਦੇ ਵਿੱਚ ਕ੍ਰੌਪਸ ਤੇ ਟਰੀਜ਼ ਦੋਨੋਂ ਇੱਕੋ ਫੀਲਡ ਦੇ ਉੱਤੇ ਗਰੋ ਹੁੰਦੇ ਨੇ। ਇਸ ਨੂੰ ਗਰੋ ਕਰਨ ਦੇ ਕੁਝ ਤਰੀਕੇ ਨੇ। ਸਭ ਤੋਂ ਪਹਿਲਾਂ ਹੈਗਾ ਟਰੀ ਸਪੀਸੀਜ਼ ਔਨ ਦ ਬਾਰਡਰ ਆਫ ਕ੍ਰੌਪ ਫੀਲਡ ਨੋਨ ਐਜ਼ ਬਾਰਡਰ ਟਰੀ ਪਲਾਂਟਿੰਗ। ਸਭ ਤੋਂ ਪਹਿਲਾਂ ਕੀ ਬਾਰਡਰ ਟਰੀ ਪਲਾਂਟਿੰਗ ਹੈ, ਜਿਵੇਂ ਹੁਣ ਤੁਹਾਡੀ ਸਕਰੀਨ ਦੇ ਉੱਪਰ ਆ ਰਿਹਾ ਵੀ ਸਭ ਤੋਂ ਪਹਿਲਾਂ ਕੀ ਹੁੰਦਾ, ਸੈਂਟਰ ਦੇ ਵਿੱਚ ਆਪਣੀ ਮੇਨ ਕ੍ਰੌਪ ਰਹੂਗੀ ਤੇ ਸਾਈਡਸ ਬਾਉਂਡਰੀ ਜਿਹੜੀ ਹੋਊਗੀ ਉਸਦੀ ਉਹ ਪੂਰੀ ਟਰੀਜ਼ ਦੇ ਨਾਲ ਕਵਰ ਹੋਊਗੀ। ਤਾਂ ਇਸ ਨੂੰ ਆਪਾਂ ਕਹਿੰਦੇ ਬਾਉਂਡਰੀ ਟਰੀ ਪਲਾਂਟਿੰਗ ਤੇ ਜਾਂ ਬਾਰਡਰ ਟਰੀ ਪਲਾਂਟਿੰਗ ਵੀ ਕਹਿੰਦਾ, ਕਿਉਂਕਿ ਇਹਦੇ ਵਿੱਚ ਟਰੀਜ਼ ਦਾ ਇੱਕ ਬਾਰਡਰ ਬਣ ਜਾਂਦਾ ਕ੍ਰੌਪ ਦੇ ਚਾਰੋਂ ਸਾਈਡਸ ਦੇ ਉੱਤੇ। ਇਸ ਦੇ ਬੈਨੀਫਿਟਸ ਕੀ ਨੇ? ਇਟ ਪ੍ਰੋਟੈਕਟਸ ਔਰ ਸਟੈਬਲਾਈਜ਼ ਦ ਸਾਈਟ। ਇਹ ਸਾਈਟ ਨੂੰ ਪ੍ਰੋਟੈਕਟ ਕਰਦੀ ਹੈ ਅਤੇ ਸਟੇਬਲਾਈਜ਼ ਵੀ ਕਰਦੀ ਹੈ। ਬੇਸਿਕਲੀ ਜਿਹੜੀ ਅੰਦਰ ਵਾਲੀ ਕ੍ਰੌਪ ਉਹਨੂੰ ਪ੍ਰੋਟੈਕਟ ਕਰਦੀ ਹੈ। ਪ੍ਰੋਡਿਊਸ ਗ੍ਰੀਨ ਮੈਨਿਓਰ ਐਜ਼ ਔਰਗੈਨਿਕ ਫਰਟੀਲਾਈਜ਼ਰਸ। ਤਾਂ ਹੁਣ ਜਿਹੜੇ ਕਾਮਨ ਜੀ ਗੱਲ ਹੈ, ਜੇ ਟਰੀਜ਼ ਨਾਲ ਕੋਈ ਲੈਂਡ ਘਿਰਿਆ ਹੋਇਆ ਤਾਂ ਉਸਦੇ ਜਦੋਂ ਲੀਵਸ ਦੀ ਸ਼ੈਡਿੰਗ ਹੋਊਗੀ ਤਾਂ ਉਹ ਮੈਨਿਓਰ ਦਾ ਕੰਮ ਕਰਦੀ ਹੈ, ਔਰਗੈਨਿਕ ਮੈਨਿਓਰ ਦਾ। ਜਦੋਂ ਉਹ ਮਿੱਟੀ ਦੇ ਨਾਲ ਮਿਲ ਕੇ ਗਲ ਜਾਂਦੀ ਹੈ ਅਤੇ ਬਾਅਦ ਚੋਂ ਉਹ ਐਜ਼ ਅ ਮੈਨਿਓਰ, ਗ੍ਰੀਨ ਮੈਨਿਓਰ ਉਹ ਕੰਮ ਕਰਦੀ ਹੈ। ਪ੍ਰੋਡਿਊਸਿੰਗ ਫਿਊਲ ਵੁੱਡਸ। ਐਟ ਦਾ ਐਂਡ ਜਦੋਂ ਕਟਿੰਗ ਦਾ ਟਾਈਮ ਆਉਂਦਾ ਤਾਂ ਟਰੀਜ਼ ਨੂੰ ਕੱਟ ਕੇ ਉਹ ਫਿਊਲ ਵੁੱਡਸ ਜਾਂ ਫਿਰ ਹੋਰ ਕਿਸੇ ਪਰਪਸ ਵਾਸਤੇ ਵੀ ਯੂਜ਼ ਹੋ ਸਕਦੇ ਨੇ। ਸੋ ਸੈਕਿੰਡ ਟਾਈਪ ਹੈ ਟਰੀ ਸਪੀਸੀਜ਼ ਐਂਡ ਐਗਰੀਕਲਚਰ ਕ੍ਰੌਪਸ ਇਨ ਆਲਟਰਨੇਟ ਰੋਜ਼। ਇਸ ਦੇ ਵਿੱਚ ਕੀ ਹੈ, ਰੋਜ਼ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਵੀ ਇੱਕ ਰੋ ਟਰੀਜ਼ ਦੀ ਹੋ ਗਈ, ਇੱਕ ਰੋ ਕ੍ਰੌਪਸ ਦੀ ਹੋ ਗਈ। ਇਸ ਦੇ ਬੈਨੀਫਿਟਸ ਕੀ ਨੇ? ਇਟ ਇਜ਼ ਮੋਸਟ ਇਫੈਕਟਿਵ ਫॉर ਇਰੋਜਨ ਕੰਟਰੋਲ ਐਂਡ ਸਲੋਪ ਸਟੈਬਲਾਈਜੇਸ਼ਨ। ਤਾਂ ਇਹ ਇਸ ਦੇ ਨਾਲ ਇਰੋਜਨ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਜੇ ਕਿਸੇ ਸਲੋਪ ਦੇ ਉੱਤੇ, ਜਿਵੇਂ ਆਪਾਂ ਹਿਲਸ ਦੇ ਵਿੱਚ ਐਗਰੀਕਲਚਰ ਹੁੰਦੀ ਹੈ, ਇਰੀਗੇਸ਼ਨ ਹੁੰਦੀ ਹੈ, ਉੱਥੇ ਇਸ ਦਾ ਬਹੁਤ ਜ਼ਿਆਦਾ ਯੂਜ਼ ਹੁੰਦਾ ਕਿਉਂਕਿ ਸਲੋਪ ਸਟੈਬਲਾਈਜ਼ ਕਰਕੇ ਰੱਖਦੇ ਆ, ਮਿੱਟੀ ਨੂੰ ਰੋਕ ਕੇ ਰੱਖਦੇ ਨੇ ਪੇੜ। ਥਰਡ ਵਨ ਹੈ ਟਰੀ ਸਪੀਸੀਜ਼ ਐਂਡ ਕ੍ਰੌਪਸ ਇਨ ਆਲਟਰਨੇਟ ਸਟ੍ਰਿਪਸ। ਇਹ ਥਰਡ ਟਾਈਪ ਹੈ। ਬੇਸਿਕਲੀ ਇਹ ਰੋਜ਼ ਨਾਲੋਂ ਇੰਨੀ ਡਿਫਰੈਂਟ ਤਾਂ ਨਹੀਂ ਹੈ, ਬਟ ਫਿਰ ਵੀ ਇਸ ਦੇ ਵਿੱਚ ਕੀ ਹੁੰਦਾ, ਇਸ ਦੇ ਵਿੱਚ ਦੋ ਸਟ੍ਰਿਪਸ ਜਾਂ ਦੋ ਰੋਜ਼ ਇੱਕ ਪਰਟੀਕੂਲਰ ਟਰੀਜ਼ ਦੀਆਂ ਹੋਣਗੀਆਂ, ਫਿਰ ਉਸ ਤੋਂ ਬਾਅਦ ਦੋ ਰੋਜ਼ ਜਾਂ ਦੋ ਸਟ੍ਰਿਪਸ ਜਿਹੜੀਆਂ ਨੇ ਉਹ ਕ੍ਰੌਪਸ ਦੀਆਂ ਹੋਣਗੀਆਂ, ਐਂਡ ਸੋ ਔਨ, ਐਵੇਂ ਅੱਗੇ ਫਰਦਰ ਮੂਵ ਹੁੰਦਾ ਰਹੂਗਾ। ਐਂਡ ਦ ਲਾਸਟ ਵਨ ਇਜ਼ ਟਰੀ ਸਪੀਸੀਜ਼ ਐਂਡ ਕ੍ਰੌਪਸ ਇਨ ਮਿਕਸਡ ਫਾਰਮ। ਇਸ ਦੇ ਵਿੱਚ ਕੋਈ ਅਲਟਰਨੇਟ ਜਾਂ ਐਜ਼ ਇਟ ਇਜ਼ ਕੋਈ ਫਾਰਮ ਨਹੀਂ ਹੁੰਦੀ, ਕਿਸੇ ਵੀ ਰੈਂਡਮ ਤਰੀਕੇ ਨਾਲ ਟਰੀਜ਼ ਤੇ ਕ੍ਰੌਪਸ ਨੂੰ ਆਪਾਂ ਗਰੋ ਕਰਦੇ ਹਾਂ। ਜਿਹੜੇ ਐਗਰੀ ਸਿਲਵੀਕਲਚਰ ਦੇ ਉੱਤੇ ਹੋਰ ਜਿਹੜੇ ਸਿਸਟਮਸ ਕੰਮ ਕਰਦੇ ਆ, ਪਹਿਲਾ ਹੈਗਾ ਸ਼ਿਫਟਿੰਗ ਕਲਟੀਵੇਸ਼ਨ, ਨੈਕਸਟ ਹੈਗਾ ਟੋਂਗਿਆ ਸਿਸਟਮ। ਜਿਹੜਾ ਸ਼ਿਫਟਿੰਗ ਕਲਟੀਵੇਸ਼ਨ ਹੈ ਆਪਾਂ ਪੜ੍ਹਿਆ ਹੋਇਆ ਵੀ ਸ਼ਿਫਟਿੰਗ ਕਲਟੀਵੇਸ਼ਨ 'ਚ ਕੀ ਕਰਦੇ ਹਾਂ ਆਪਾਂ, ਇੱਕ ਲੈਂਡ ਹੁੰਦਾ ਉਸ ਦੇ ਉੱਤੇ ਜੇ ਟਰੀਜ਼ ਨੇ ਤਾਂ ਉਹਨਾਂ ਨੂੰ ਕੱਟ ਕੇ ਉਸ ਥਾਂ ਦੇ ਉੱਤੇ ਕੀਤੀ ਜਾਂਦੀ ਹੈ ਇਰੀਗੇਸ਼ਨ, ਬਹੁਤ ਟਾਈਮ ਤੱਕ, 2-3 ਸਾਲ ਤੱਕ ਚੱਲਦੀ ਹੈ। ਜਦੋਂ ਉਹ ਲੈਂਡ ਦੀ ਫਰਟੀਲਿਟੀ ਸਭ ਖਤਮ ਹੋ ਜਾਂਦੀ ਹੈ, ਫਿਰ ਅਸੀਂ ਉਹ ਨੈਕਸਟ ਲੈਂਡ ਦੇ ਉੱਤੇ ਮੂਵ ਕਰ ਜਾਂਦੇ ਹਾਂ ਅਤੇ ਉਸ ਲੈਂਡ ਨੂੰ ਖਾਲੀ ਛੱਡ ਦਿੰਦੇ ਹਾਂ ਅਤੇ ਉੱਥੇ ਟਰੀਜ਼ ਗਰੋ ਕਰ ਜਾਂਦੇ ਨੇ। ਉਵੇਂ ਜਿਹੜੀ ਸੈਕਿੰਡ ਵਨ ਹੈਗੀ ਹੈ, ਇਹ ਹੈਗੀ ਹੈ ਟੋਂਗਿਆ ਸਿਸਟਮ। ਇਹ ਬੇਸਿਕਲੀ ਬਰਮੀਜ਼ ਇਹ ਜਿਹੜੀ ਟੋਂਗਿਆ ਟਰਮ ਹੈ ਇਹ ਬਰਮੀਜ਼ ਟਰਮ ਹੈ, ਜਿਸਦਾ ਮਤਲਬ ਹੁੰਦਾ ਹਿਲ ਦੇ ਉੱਤੇ ਹੋਣ ਵਾਲੀ ਜਿਹੜੀ ਐਗਰੀਕਲਚਰ ਜਾਂ ਇਰੀਗੇਸ਼ਨ ਉਸ ਦੇ ਵਿੱਚ ਯੂਜ਼ ਹੁੰਦੇ। ਇਹਦੇ ਵਿੱਚ ਵੀ ਜਿਹੜੀਆਂ ਇਰੀਗੇਸ਼ਨ ਹੋਊਗੀ ਉਹ ਹਿਲ ਦੇ ਉੱਤੇ ਹੋਊਗੀ, ਸਲੋਪ ਦੇ ਉੱਤੇ ਹੋਊਗੀ। ਤਾਂ ਇਹਦੇ ਵਿੱਚ ਵੀ ਆ ਜਿਹੜੀਆਂ ਆਪਾਂ ਫਸਟ 3 ਟਾਈਪਸ ਪੜ੍ਹੀਆਂ ਨੇ, ਇਹੀ ਇਹਦੇ ਵਿੱਚ ਪੈਟਰਨਸ ਯੂਜ਼ ਹੁੰਦੇ ਨੇ। ਹੁਣ ਮੂਵ ਕਰਦੇ ਹਾਂ ਸੈਕਿੰਡ ਟਾਈਪ ਉੱਤੇ, ਜੋ ਹੈ ਸਿਲਵੋਪੈਸਟਰਲ ਸਿਸਟਮ। ਇਨ ਦਿਸ trees grow with pasture for grazing of domestic animals on same land pieces. By this system, shrubs used as fodder and
ਟਰੀ ਯੂਜ਼ਡ ਐਜ਼ ਫਿਊਲ ਵੁੱਡ ਫਰੂਟਸ ਐਂਡ ਟਿੰਬਰਸ। ਤਾਂ ਬੇਸਿਕਲੀ ਇਸ ਦੇ ਵਿੱਚ ਕੀ ਹੈ, ਇਸ ਦੇ ਵਿੱਚ ਟਰੀਜ਼ ਜਿਹੜੇ ਨੇ ਉਹ ਪੈਸਟ ਲੈਂਡ ਦੇ ਉੱਤੇ ਜਿਸ ਉੱਤੇ ਲਾਏ ਜਾਂਦੇ ਆ ਉਸੇ ਲੈਂਡ ਨੂੰ ਆਪਾਂ ਗ੍ਰੇਜ਼ਿੰਗ ਵਾਸਤੇ ਵੀ ਯੂਜ਼ ਕਰਦੇ ਹਾਂ। ਤਾਂ ਇਹ ਜਿਹੜਾ ਹੈਗਾ ਇਰੀਗੇਸ਼ਨ ਇਸ ਦੇ ਵਿੱਚ ਕੀਤੀ ਜਾਂਦੀ ਹੈ, ਬਟ ਕਈ ਵਾਰੀ ਕੀ ਹੁੰਦਾ ਹੈ ਜਿਵੇਂ ਵੀਟ ਦਾ ਆਪਣੇ ਕੋਲ ਫੀਲਡ ਹੈ, ਤਾਂ ਵੀਟ ਦੀ ਜਦੋਂ ਹਾਰਵੈਸਟਿੰਗ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਉਹ ਲੈਂਡ ਖਾਲੀ ਰਹਿ ਜਾਂਦਾ ਉਸ ਦੇ ਉੱਤੇ ਜੇ ਘਾਹ ਹੋ ਰਿਹਾ ਤਾਂ ਉਸ ਦੀ ਗ੍ਰੇਜ਼ਿੰਗ ਨੂੰ ਫਿਰ ਉਸ ਨੂੰ ਆਪਾਂ ਗ੍ਰੇਜ਼ਿੰਗ ਵਾਸਤੇ ਯੂਜ਼ ਕਰਦੇ ਹਾਂ। ਅਤੇ ਸਾਈਮਲਟੇਨੀਅਸਲੀ ਉਹ 'ਚ ਟਰੀਜ਼ ਜਿਹੜੇ ਗਰੋਜ਼ ਹੋ ਹੁੰਦੇ ਆ ਉਹਨਾਂ ਨੂੰ ਆਪਾਂ ਐਟ ਦਾ ਐਂਡ ਉਹਨਾਂ ਦੀ ਜਿਹੜੀ ਸ਼ਰਬਸ ਹੁੰਦੀਆਂ ਉਹਨੂੰ ਫੋਡਰ ਵਾਸਤੇ ਚਾਰੇ ਵਾਸਤੇ ਯੂਜ਼ ਕਰ ਲੈਂਦੇ ਹਾਂ। ਅਤੇ ਟਰੀਜ਼ ਜਿਹੜੇ ਯੂਜ਼ ਹੁੰਦੇ ਆ ਫਿਊਲ ਵੁੱਡ ਜਿਵੇਂ ਫਸਟ 'ਚ ਗੱਲ ਕੀਤੀ ਸੀ, ਜਾਂ ਫਰੂਟਸ ਜਾਂ ਟਿੰਬਰ ਵਾਸਤੇ ਉਹਨਾਂ ਦਾ ਇਸਤੇਮਾਲ ਹੁੰਦਾ। ਤਾਂ ਇਹਦੇ ਵਿੱਚ ਬੇਸਿਕਲੀ ਜੇ ਸਿੰਪਲ ਯਾਦ ਰੱਖੀਏ ਤਾਂ ਇਸ ਦੇ ਵਿੱਚ ਟਰੀਜ਼ ਪਲੱਸ ਗ੍ਰੇਜ਼ਿੰਗ ਜਿਹੜਾ ਹੈਗੀ ਹੈ ਸ਼ਰਬਸ ਦੀ ਉਹ ਹੁੰਦੀ, ਬਸ ਇਹਦੇ ਵਿੱਚ ਇਰੀਗੇਸ਼ਨ ਐਜ਼ ਇਟ ਇਜ਼ ਨਹੀਂ ਹੁੰਦੀ। ਇਸ ਦੀਆਂ ਅੱਗੇ ਸਬ ਕੈਟਾਗਰੀਜ਼ ਹੈਗੀਆਂ ਨੇ ਕੁਛ। ਪਹਿਲੀ ਹੈਗੀ ਹੈ ਪ੍ਰੋਟੀਨ ਬੈਂਕ। ਇਹਦੇ ਵਿੱਚ ਵੇਰੀਅਸ ਮਲਟੀਪਰਪਜ਼ ਪ੍ਰੋਟੀਨ ਰਿਚ ਟਰੀਜ਼ ਜਿਹੜੇ ਹੁੰਦੇ ਨੇ ਉਹ ਪਲਾਂਟ ਕੀਤੇ ਜਾਂਦੇ ਨੇ ਅਰਾਊਂਡ ਜਾਂ ਇਨ ਫਾਰਮਲੈਂਡਸ ਫॉर ਕੱਟ ਐਂਡ ਕੈਰੀ ਫੋਡਰ ਪ੍ਰੋਡਕਸ਼ਨ ਟੂ ਮੀਟ ਦ ਰਿਕੁਆਇਰਮੈਂਟ ਆਫ ਲਾਈਫ ਸਟਾਕਸ ਡਿਊਰਿੰਗ ਫੋਡਰ ਡੈਫੀਸ਼ੀਐਂਟ ਪੀਰੀਅਡ ਇਨ ਵਿੰਟਰ। ਤਾਂ ਇਸ ਦੇ ਵਿੱਚ ਕੀ ਹੈ ਜਿਹੜੇ ਟਰੀਜ਼ ਨੇ ਜਿਹੜੇ ਕਿ ਪ੍ਰੋਟੀਨ ਰਿਚ ਹੁੰਦੇ ਨੇ ਉਹ ਗਰੋ ਕੀਤੇ ਜਾਂਦੇ ਨੇ ਅਤੇ ਉਹਨਾਂ ਨੂੰ ਕੱਟ ਕਰਕੇ ਐਜ਼ ਅ ਫੋਡਰ ਪ੍ਰੋਡਕਸ਼ਨ ਵਾਸਤੇ ਵੀ ਰੱਖਿਆ ਜਾਂਦਾ ਹੈ, ਤਾਂ ਕਿ ਜਦੋਂ ਵਿੰਟਰਸ ਆਉਣਗੇ ਤਾਂ ਵਿੰਟਰ ਦੇ ਵਿੱਚ ਚਾਰਾ ਘੱਟ ਜਾਂਦਾ ਹੈ ਤਾਂ ਉਹ ਚਾਰੇ ਦੀ ਪੂਰਤੀ ਵਾਸਤੇ ਇਹ ਟਰੀਜ਼ ਉਗਾਏ ਜਾਂਦੇ ਨੇ। ਸੈਕਿੰਡ ਵਨ ਹੈਗਾ ਆਪਣੇ ਕੋਲ ਲਾਈਫ ਫੈਂਸ ਆਫ ਫੋਡਰ ਟਰੀਜ਼ ਐਂਡ ਹੈਜ। ਹੁਣ ਲਾਈਫ ਫੈਂਸ ਤੋਂ ਜਾਂ ਹੈਜ ਤੋਂ ਤੁਸੀਂ ਸਮਝ ਗਏ ਹੋਵੋਗੇ। ਟਰੀਜ਼ ਐਂਡ ਹੈਜਿਸ ਪਲਾਂਟਸ ਐਜ਼ ਲਾਈਫ ਫੈਂਸ ਟੂ ਪ੍ਰੋਟੈਕਟ ਪ੍ਰੋਪਰਟੀ ਫਰੋਮ ਸਟਰੇ ਐਨੀਮਲਸ। ਤਾਂ ਇਹਦੇ 'ਚ ਕੀ ਹੈ ਜਿਹੜੀ ਪ੍ਰੋਪਰਟੀਜ਼ ਹੁਣ ਕਈ ਵਾਰੀ ਲੋਕ ਫਾਰਮ ਹਾਊਸਿਸ ਬਣਾ ਲੈਂਦੇ ਨੇ ਤਾਂ ਫਾਰਮ ਹਾਊਸਿਸ ਦੀ ਪ੍ਰੋਟੈਕਸ਼ਨ ਵਾਸਤੇ ਜਾਂ ਕਈ ਵਾਰੀ ਫਾਰਮ ਲੈਂਡਸ ਹੁੰਦੇ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਹੈਜ ਲਾਉਂਦੇ ਨੇ ਜਾਂ ਫਿਰ ਟਰੀਜ਼ ਨੂੰ ਐਜ਼ ਅ ਬਾਉਂਡਰੀ ਯੂਜ਼ ਕਰਦੇ ਨੇ ਤਾਂ ਕਿ ਜਿਹੜੇ ਸਟਰੇ ਐਨੀਮਲਸ ਨੇ ਜਾਂ ਫਿਰ ਕੋਈ ਜੰਗਲੀ ਜਾਨਵਰ ਨੇ ਉਹ ਨਾ ਅੰਦਰ ਐਂਟਰ ਹੋ ਸਕਣ ਪ੍ਰੋਪਰਟੀ ਦੇ ਵਿੱਚ। ਥਰਡ ਵਨ ਹੈ ਟਰੀਜ਼ ਐਂਡ ਸ਼ਰਬਸ ਔਨ ਪੈਸਚਰਸ। ਹੁਣ ਪੈਸਚਰ ਬੇਸਿਕਲੀ ਉਹੀ ਪੈਸਚਰ ਨੂੰ ਬੇਸਿਕਲੀ ਉਹ ਥਾਂ ਹੁੰਦੀ ਹੈ ਜਿੱਥੇ ਗ੍ਰੇਜ਼ਿੰਗ ਹੁੰਦੀ ਹੈ, ਜਿੱਥੇ ਚਾਰ ਗਾਹਾਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਪੈਸਚਰਸ ਉਹ ਹੁੰਦੀਆਂ ਨੇ। ਟਰੀਜ਼ ਐਂਡ ਸ਼ਰਬਸ ਆਰ ਸਕੈਟਰਡ ਇਰੈਗੂਲਰਲੀ ਔਰ to some systematic pattern to supplement forage production। ਹੁਣ ਇਸ ਦੇ ਵਿੱਚ ਕੀ ਹੈ ਟਰੀਜ਼ ਅਤੇ ਸ਼ਰਬਸ ਜਿਹੜੇ ਨੇ ਉਹ ਕੋਈ ਪਰਟੀਕੂਲਰ ਪੈਟਰਨ ਨਹੀਂ ਹੁੰਦਾ, ਕਈ ਵਾਰੀ ਹੁੰਦਾ ਨਹੀਂ ਤਾਂ ਇਰੈਗੂਲਰਲੀ ਗਰੋ ਕੀਤੇ ਜਾਂਦੇ ਨੇ, ਠੀਕ ਹੈ, ਫੋਰੇਜ ਪ੍ਰੋਡਕਸ਼ਨ ਵਾਸਤੇ। ਦੈਟਸ ਇਟ। ਹੁਣ ਮੂਵ ਕਰਦੇ ਹਾਂ ਆਪਣੇ ਥਰਡ ਟਾਈਪ ਦੇ ਵੱਲ। ਥਰਡ ਟਾਈਪ ਹੈ ਐਗਰੋ ਸਿਲਵੋਪੈਸਟਰ ਸਿਸਟਮ। ਇਨ ਦਿਸ ਟਰੀਜ਼ ਕ੍ਰੌਪਸ ਐਂਡ ਪੈਸਚਰਸ ਪ੍ਰੋਡਿਊਸ ਔਨ ਔਰ ਗਰੂ ਔਨ ਸੇਮ ਪੀਸ ਆਫ ਲੈਂਡ। ਇਹਦੇ ਵਿੱਚ ਤਿੰਨੋਂ ਜਿਹੜੇ ਪਹਿਲੇ ਆਪਾਂ ਦੋ ਪੜ੍ਹੇ ਨੇ ਉਹਨਾਂ ਦੋਨਾਂ ਦਾ ਕੰਬੀਨੇਸ਼ਨ ਜਿਹੜਾ ਇਹ ਤੀਜਾ ਟਾਈਪ ਹੈ। ਇਸ ਦੇ ਵਿੱਚ ਟਰੀਜ਼ ਵੀ ਗਰੋ ਹੁੰਦੇ ਨੇ, ਕ੍ਰੌਪਸ ਵੀ ਲਾਈ ਜਾਂਦੀਆਂ ਅਤੇ ਪੈਸਚਰ ਵਾਸਤੇ ਵੀ ਥਾਂ ਹੁੰਦੀ ਹੈ ਜਿੱਥੇ ਆਪਾਂ ਗ੍ਰੇਜ਼ਿੰਗ ਕਰਵਾ ਸਕਦੇ ਹਾਂ ਐਨੀਮਲਸ ਦੀ। ਤਾਂ ਇਹਨੂੰ ਕਹਿ ਸਕਦੇ ਹਾਂ ਇਟ ਇਜ਼ ਅ ਕੰਬੀਨੇਸ਼ਨ ਆਫ ਫਸਟ ਟੂ ਵਨਸ। ਸੋ ਇਹ ਤਾਂ ਬੇਸਿਕ ਇਨਫੋਰਮੇਸ਼ਨ ਸੀਗੀ ਜਾਂ ਇੰਟਰੋਡਕਸ਼ਨ ਸੀ ਅਬਾਊਟ ਐਗਰੋ ਫੋਰੈਸਟਰੀ। ਹੁਣ ਮੂਵ ਕਰਦੇ ਹਾਂ ਆਪਣੇ ਸੈਕਿੰਡ ਟੌਪਿਕ ਦੇ ਵੱਲ ਜੋ ਹੈਗਾ ਐਗਰੋ ਫੋਰੈਸਟਰੀ ਇਨ ਪੰਜਾਬ। ਪੰਜਾਬ ਦੇ ਵਿੱਚ 6 ਐਗਰੋ ਫੋਰੈਸਟਰੀ ਐਗਰੋ ਕਲਾਈਮੈਟਿਕ ਰੀਜਨਸ ਨੇ। ਐਗਰੋ ਕਲਾਈਮੈਟਿਕ ਰੀਜਨਸ ਨੇ ਪੰਜਾਬ ਨੂੰ ਮਤਲਬ ਜੇ ਕਰੀਏ 6 ਐਗਰੋ ਕਲਾਈਮੈਟਿਕ ਰੀਜਨਸ ਦੇ ਵਿੱਚ ਵੰਡਿਆ ਹੋਇਆ ਹੈ। ਸਭ ਤੋਂ ਪਹਿਲਾਂ ਆਉਂਦਾ ਸਬ ਮਾਊਂਟੇਨ ਅੰਡੂਲੇਟਿੰਗ ਰੀਜਨ। ਇਸ ਦੇ ਵਿੱਚ ਰੂਪਨਗਰ ਡਿਸਟ੍ਰਿਕਟ, ਸ਼ਹੀਦ ਅਜੀਤ ਸਿੰਘ ਨਗਰ, ਸਮ ਪੈਚਿਸ ਆਫ ਗੁਰਦਾਸਪੁਰ ਡਿਸਟ੍ਰਿਕਟ ਇਹ ਕਵਰ ਹੁੰਦੇ ਨੇ। ਸੈਕਿੰਡ ਹੈਗਾ ਅੰਡੂਲੇਟਿੰਗ ਪਲੇਨ ਰੀਜਨ। ਇਸ ਦੇ ਵਿੱਚ ਸਮ ਏਰੀਆ ਆਫ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ, ਗੁਰਦਾਸਪੁਰ ਡਿਸਟ੍ਰਿਕਟ ਏਰੀਆ, ਹੁਸ਼ਿਆਰਪੁਰ ਡਿਸਟ੍ਰਿਕਟ ਏਰੀਆ ਇਸ ਦੇ ਵਿੱਚ ਆਹ ਵਾਲੇ ਰੀਜਨ ਆਉਂਦੇ ਨੇ। ਥਰਡ ਹੈਗਾ ਸੈਂਟਰਲ ਪਲੇਨ ਰੀਜਨ। ਜਿਸ ਦੇ ਵਿੱਚ ਕਪੂਰਥਲਾ ਡਿਸਟ੍ਰਿਕਟ, ਅੰਮ੍ਰਿਤਸਰ ਸਾਹਿਬ ਡਿਸਟ੍ਰਿਕਟ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ, ਲੁਧਿਆਣਾ ਐਂਡ ਜਲੰਧਰ ਡਿਸਟ੍ਰਿਕਟ ਆਉਂਦੀ ਹੈ। ਫੋਰਥ ਵਨ ਹੈ ਵੈਸਟਰਨ ਪਲੇਨ ਰੀਜਨ। ਸਮ ਏਰੀਆ ਆਫ ਤਰਨਤਾਰਨ, ਮੋਗਾ, ਬਰਨਾਲਾ, ਸੰਗਰੂਰ, ਮਾਨਸਾ, ਫਰੀਦਕੋਟ, ਬਠਿੰਡਾ। ਫਿਫਥ ਵਨ ਵੈਸਟਰਨ ਰੀਜਨ ਮੁਕਤਸਰ ਸਾਹਿਬ ਡਿਸਟ੍ਰਿਕਟ, ਬਠਿੰਡਾ, ਫਿਰੋਜ਼ਪੁਰ, ਸਮ ਪਾਰਟ ਆਫ ਫਰੀਦਕੋਟ ਐਂਡ ਮਾਨਸਾ ਡਿਸਟ੍ਰਿਕਟ। ਅਤੇ ਲਾਸਟ ਹੈਗੇ ਫਲੱਡ ਪਲੇਨ ਰੀਜਨ ਏਰੀਆ ਫਰੋਮ ਵੇਅਰ ਰਿਵਰਸ ਪਾਸ। ਤਾਂ ਜਿਹੜੇ ਆਪਣੇ ਪੰਜਾਬ ਜਿਹਦੇ ਤੋਂ ਰਿਵਰ ਜਾਂਦੀਆਂ ਦਰਿਆ ਜਾਂਦੇ ਨੇ, ਬਿਆਸ ਹੋ ਗਿਆ ਜਾਂ ਫਿਰ ਆਪਣਾ ਸਤਲੁਜ ਹੋ ਗਿਆ, ਘੱਗਰ ਵੀ ਹੋ ਗਿਆ, ਇਹ ਜਿੱਥੋਂ ਜਿੱਥੋਂ ਜਾਂਦੇ ਨੇ ਉਹ ਜਿਹੜੇ ਏਰੀਆਜ਼ ਨੇ ਉਹ ਇਸ ਦੇ ਵਿੱਚ ਫਲੱਡ ਪਲੇਨ ਰੀਜਨ ਦੇ ਵਿੱਚ ਆਉਂਦੇ ਨੇ। ਇਸ ਤੋਂ ਬਾਅਦ ਹੁਣ ਨੈਕਸਟ ਟੌਪਿਕ ਹੈਗਾ ਥਰਡ ਟੌਪਿਕ ਹੈ ਆਪਣਾ ਐਗਰੋ ਫੋਰੈਸਟਰੀ ਟਰੀਜ਼ ਆਫ ਪੰਜਾਬ। ਐਗਰੋ ਫੋਰੈਸਟਰੀ ਟਰੀਜ਼ ਆਫ ਪੰਜਾਬ ਦੇ ਵਿੱਚ ਸਭ ਤੋਂ ਫੇਮਸ ਜਿਹੜਾ ਸਭ ਤੋਂ ਵੱਧ ਯੂਜ਼ ਹੋਣ ਵਾਲਾ ਜਿਹੜਾ ਟਰੀ ਹੈਗਾ ਉਹ ਹੈਗਾ ਪੋਪੂਲਰ ਦਾ ਟਰੀ। ਇਹਨੂੰ ਹੋਰ ਕੀ ਕਹਿੰਦੇ ਆ ਚਾਪਰ ਦਾ ਰੁੱਖ। ਓਕੇ, ਇਹ ਇਟ ਇਜ਼ ਅ ਫਾਸਟ ਗਰੋਇੰਗ ਟਰੀ। ਸਟ੍ਰੇਟ ਬੋਲ ਹੁੰਦੀ ਹੈ ਇਸਦੀ, ਨੈਰੋ ਕਰਾਊਨ ਹੁੰਦਾ ਇਸਦਾ। ਕੰਪੈਟੇਬਿਲਿਟੀ ਵਿਦ ਕ੍ਰੌਪਸ, ਇਹ ਜਿਹੜੀ ਮਰਜ਼ੀ ਕ੍ਰੌਪ ਦੇ ਨਾਲ ਆਪਾਂ ਇਹਨੂੰ ਮੋਸਟਲੀ ਯੂਜ਼ ਕਰ ਸਕਦੇ ਹਾਂ, ਲਾ ਸਕਦੇ ਹਾਂ। ਅਤੇ ਇਹ ਵਿੰਟਰ ਡੈਸੀਡੀਅਸ ਨੇਚਰ ਦਾ ਹੁੰਦਾ ਹੈ।
It require loam to sandy loam, deep fertile well drained soil, frequent irrigation is required। ਇਹਨੂੰ ਬਾਰ-ਬਾਰ ਪਾਣੀ ਦੇਣ ਦੀ ਲੋੜ ਹੁੰਦੀ ਹੈ। ਤਾਂ ਇਹਨੂੰ ਲਾਉਣ ਦਾ ਤਰੀਕਾ ਜਿਹੜਾ ਸਪੇਸਿੰਗ ਬੇਸਿਕਲੀ ਕੀ ਹੁੰਦੀ ਹੈ 2.5 to 3 ਮੀਟਰ ਬਿਟਵੀਨ ਟਰੀਜ਼, 2.5 ਤੋਂ 3 ਮੀਟਰ ਦੇ ਵਿੱਚ ਦਾ ਡਿਫਰੈਂਸ ਹੋਣਾ ਚਾਹੀਦਾ। ਡਿਸਟੈਂਸ ਬਿਟਵੀਨ ਰੋਜ਼ ਮੋਰ ਦੈਨ 8 ਮੀਟਰ, ਤੇ ਡਿਸਟੈਂਸ ਜਿਹੜਾ ਹੈਗਾ ਰੋਜ਼ ਦੇ ਵਿੱਚ ਦਾ ਉਹ 8 ਮੀਟਰ ਤੋਂ ਜ਼ਿਆਦਾ ਹੋਣਾ ਚਾਹੀਦਾ। ਤੇ 200 ਪਲਾਂਟ ਪਰ ਏਕੜ ਲੱਗ ਜਾਂਦੇ ਨੇ ਜੇ 5 into 4 mm ਸਪੇਸਿੰਗ ਮੀਟਰ ਸਪੇਸਿੰਗ ਇਨ ਬਲੌਕ ਪਲਾਂਟੇਸ਼ਨ ਲਾਈਏ। ਜੇ ਬਲੌਕ ਓਰੀਐਂਟੇਸ਼ਨ 'ਚ ਆਪਾਂ ਲਾ ਰਹੇ ਹਾਂ, ਮਤਲਬ ਕਿ ਇਸ ਤਰ੍ਹਾਂ ਦੇ ਵਿੱਚ ਲਾ ਰਹੇ ਹਾਂ, ਤਾਂ 5/4 ਦੈਟ ਮੀਨਸ 5 into 4 ਮੀਟਰ ਦੇ ਵਿੱਚ, ਤਾਂ ਇਸ ਦੇ ਵਿੱਚ 200 ਟਰੀਜ਼ ਲੱਗ ਜਾਣਗੇ। All Rabi and Kharif crops can be grown under popular plantation during the first 3 years except paddy। ਤਾਂ ਜਿਹੜੀ ਰਾਬੀ ਤੇ ਖਾਰੀਫ ਕ੍ਰੌਪਸ ਕੋਈ ਵੀ ਹੈ ਉਹ ਪੋਪੂਲਰ ਦੇ ਵਿੱਚ ਪੋਪੂਲਰ ਦੇ ਨਾਲ ਆਪਾਂ ਗਰੋ ਕਰ ਸਕਦੇ ਹਾਂ ਡਿਊਰਿੰਗ ਦਾ ਫਸਟ 3 ਈਅਰਸ ਐਕਸੈਪਟ ਪੈਡੀ ਨਹੀਂ ਲਾ ਸਕਦੇ ਆਪਾਂ। ਅੱਛਾ, ਇਹਨੂੰ ਹੁਣ ਕੁਝ ਡੈਫੀਸ਼ੀਐਂਸੀਜ਼ ਵੀ ਹੈਗੀਆਂ ਨੇ ਜਿਹੜੀਆਂ ਪੰਜਾਬ 'ਚ ਰਿਪੋਰਟ ਕੀਤੀਆਂ ਗਈਆਂ ਨੇ। ਸਭ ਤੋਂ ਪਹਿਲੀ ਹੈਗੀ ਹੈ ਜ਼ਿੰਕ ਡੈਫੀਸ਼ੀਐਂਸੀ ਰਿਪੋਰਟਡ ਇਨ ਪੋਪੂਲਰ ਪਲਾਂਟੇਸ਼ਨ ਪੰਜਾਬ। ਤਾਂ ਬੇਸਿਕਲੀ ਇਹੀ ਇੰਪੋਰਟੈਂਟ ਹੈ। ਅੱਛਾ, ਇਸ ਦੇ ਉੱਪਰ ਕੁਝ ਇਨਸੈਕਟਸ ਵੀ ਅਟੈਕ ਕਰਦੇ ਨੇ। ਪੋਪੂਲਰ ਇਜ਼ ਅਟੈਕਡ ਬਾਈ 2 ਲੀਫ ਡੈਫੋਲੀਏਟਰਸ ਜਿਨ੍ਹਾਂ ਨੂੰ ਕੋਲੇਸਟਰਾ ਫਲਗਿਊਰਿਟਾ ਐਂਡ ਕੋਲੇਸਟਰਾ ਰੈਸਟਿਊਟੂਰਿਟਾ। 1 ਬਾਰਕ ਈਟਿੰਗ ਕੈਟਰਪਿਲਰ ਹੈ ਐਂਡ 1 ਲੀਫ ਵੈਬਰ ਹੈ। ਤਾਂ ਇਹ ਇਨਸੈਕਟਸ ਨੇ ਜਿਹੜੇ ਇਸ ਨੂੰ ਹਾਰਮ ਕਰਦੇ ਨੇ। ਇਸ ਤੋਂ ਇਲਾਵਾ ਪੋਪੂਲਰ ਦੀ ਈਅਰ ਵਾਈਜ਼ ਗਰੋਥ ਦੇ ਅਕੋਰਡਿੰਗ ਜਿਹੜੇ ਆਪਾਂ ਕ੍ਰੌਪਸ ਦੀ ਇਹਦੇ ਨਾਲ ਲਾ ਸਕਦੇ ਹਾਂ ਉਸ ਦਾ ਟੇਬਲ ਤੁਹਾਡੀ ਸਕਰੀਨ ਦੇ ਉੱਤੇ ਆ ਰਿਹਾ। ਤਾਂ ਇਸ ਦੇ ਅਕੋਰਡਿੰਗ ਆਪਾਂ ਇਹ ਸਾਰੀਆਂ ਕ੍ਰੌਪਸ ਨੂੰ ਅਲੱਗ-ਅਲੱਗ ਡਿਊਰੇਸ਼ਨ ਆਫ ਟਾਈਮ ਜਾਂ ਅਲੱਗ-ਅਲੱਗ ਈਅਰ ਦੇ ਵਿੱਚ ਆਪਾਂ ਇਹਨਾਂ ਨੂੰ ਗਰੋ ਕਰ ਸਕਦੇ ਹਾਂ ਵਿਦ ਪੋਪੂਲਰ। ਹੁਣ ਨੈਕਸਟ ਟਰੀ ਹੈ ਯੂਕਲਿਪਟਸ। ਇਟ ਇਜ਼ ਆਲਸੋ ਅ ਫੇਮਸ ਟਰੀ, ਸਫੈਦਾ। ਠੀਕ ਹੈ ਜੀ। ਵਰਸਟਾਈਲ ਟਰੀ ਕੈਨ ਬੀ ਗਰੋਨ ਐਨੀਵੇਅਰ, ਇਹਨੂੰ ਕਿਤੇ ਵੀ ਗਰੋ ਕਰ ਸਕਦੇ ਹਾਂ। ਟ੍ਰੈਡੀਸ਼ਨਲੀ ਯੂਕਲਿਪਟਸ ਗਰੋਨ ਐਜ਼ ਅ ਬਾਉਂਡਰੀ ਪਲਾਂਟੇਸ਼ਨ। ਪਹਿਲਾਂ ਸਟਾਰਟਿੰਗ 'ਚ ਇਹਨੂੰ ਜਦੋਂ ਗਰੋ ਕਰਨਾ ਸ਼ੁਰੂ ਕੀਤਾ ਸੀ ਤਾਂ ਇਹਨੂੰ ਬਾਉਂਡਰੀ ਪਲਾਂਟੇਸ਼ਨ ਵਾਸਤੇ ਯੂਜ਼ ਕਰਦੇ ਸੀ, ਲੇਕਿਨ ਨਾਓ ਗਰੋਨ ਐਜ਼ ਬਲੌਕ ਪਲਾਂਟੇਸ਼ਨ ਡਿਊ ਟੂ ਹਾਇਰ ਪ੍ਰੋਡਕਟਿਵਿਟੀ। ਤਾਂ ਹੁਣ ਇਹਦੀ ਪ੍ਰੋਡਕਟਿਵਿਟੀ ਜ਼ਿਆਦਾ ਹੋਣ ਦੇ ਕਾਰਨ ਇਸ ਨੂੰ ਬਲੌਕ ਪਲਾਂਟੇਸ਼ਨ ਦੇ ਵਿੱਚ ਵੀ ਆਪਾਂ ਅੱਜ ਕੱਲ੍ਹ ਜ਼ਿਆਦਾ ਯੂਜ਼ ਕਰ ਰਹੇ ਹਾਂ। ਫਾਸਟ ਗਰੋਇੰਗ ਨੇਚਰ ਹੈ ਇਸਦੀ, ਸਟ੍ਰੇਟ ਸਟੈਮ ਹੁੰਦੀ ਹੈ, ਸਿੱਧਾ ਹੁੰਦਾ ਬਿਲਕੁਲ, ਨੈਰੋ ਕਰਾਊਨ ਹੁੰਦਾ ਇਸਦਾ ਵੀ, ਕਲੀਅਰ ਬੋਲ ਐਂਡ ਸੈਲਫ ਪ੍ਰੂਨਿੰਗ ਹੁੰਦਾ ਹੈ। ਜੇ ਇਸ ਦੀ ਸਪੇਸਿੰਗ ਦੀ ਗੱਲ ਕੀਤੀ ਜਾਵੇ 2 ਮੀਟਰ ਬਿਟਵੀਨ ਟਰੀਜ਼ ਹੋਣਾ ਚਾਹੀਦਾ ਔਨ ਦ ਬਾਉਂਡਰੀ। ਓਕੇ, ਜੇ ਬਾਉਂਡਰੀ 'ਤੇ ਲਾ ਰਹੇ ਤੇ 4/2 ਮੀਟਰ ਦੀ ਸਪੇਸਿੰਗ ਦੇ ਵਿੱਚ ਜੇ ਇਹਨੂੰ ਆਪਾਂ ਲਾਈਏ ਫॉर ਬਲੌਕ ਪਲਾਂਟੇਸ਼ਨ ਵਿਚ ਐਕੋਮੋਡੇਟਸ 500 ਪਲਾਂਟਸ ਪਰ ਏਕੜ। ਤੇ ਜੇ 4/2 ਦੇ ਪੈਟਰਨ 'ਚ ਲਾ ਰਹੇ ਹਾਂ ਤਾਂ 500 ਪਲਾਂਟ 1 ਏਕੜ 'ਚ ਲੱਗ ਜਾਣਗੇ। ਇਸ ਦੀ ਜਿਹੜੀ ਵੁੱਡ ਹੈ ਉਹ 3 ਤੋਂ 4 ਸਾਲ ਬਾਅਦ ਹਾਰਵੈਸਟ ਹੁੰਦੀ ਹੈ। ਸ਼ੂਗਰ ਕੇਨ, ਸਨਫਲਾਵਰ ਟਾਈਪ ਫਾਸਟ ਗਰੋਇੰਗ ਕ੍ਰੌਪਸ ਸ਼ੁੱਡ ਬੀ ਅਵੋਇਡਡ ਡਿਊਰਿੰਗ ਫਸਟ ਈਅਰ। ਤਾਂ ਫਸਟ ਈਅਰ ਦੇ ਵਿੱਚ ਜਿਹੜੀਆਂ ਸ਼ੂਗਰ ਕੇਨ ਹੋ ਗਈ ਜਾਂ ਸਨਫਲਾਵਰ ਹੋ ਗਈ, ਜਿਹੜੀਆਂ ਬਹੁਤ ਛੇਤੀ ਵੱਧਦੀਆਂ ਨੇ ਫਸਲਾਂ, ਉਹ ਇਸ ਦੇ ਨਾਲ ਨਹੀਂ ਲਾਣੀਆਂ, ਕਿਉਂਕਿ ਸਿੰਪਲ ਜੀ ਗੱਲ ਹੈ, ਜਿਹੜੀਆਂ ਫਸਲਾਂ ਛੇਤੀ ਵਧਣਗੀਆਂ ਉਹ ਜ਼ਿਆਦਾ ਨਿਊਟਰੀਐਂਟਸ ਜਾਂ ਜ਼ਿਆਦਾ ਫਰਟੀਲਿਟੀ ਕੰਜ਼ਿਊਮ ਕਰ ਰਹੀਆਂ ਸੋਇਲ ਦੀਆਂ, ਤਾਂ ਇਸ ਨੂੰ ਸਫੈਦੇ ਨੂੰ ਵਧਣ ਵਾਸਤੇ ਪ੍ਰੋਪਰ ਫਰਟੀਲਿਟੀ ਜਾਂ ਪ੍ਰੋਪਰ ਨਿਊਟਰੀਐਂਟਸ ਨਹੀਂ ਮਿਲ ਪਾਣਗੇ। ਵੀਟ, ਮਸਟਰਡ, ਪੋਟੈਟੋ ਐਂਡ ਫੋਡਰ ਐਂਡ ਓਟਸ ਕੈਨ ਗਰੋ ਫॉर ਫਸਟ 2 ਈਅਰਸ। ਤਾਂ ਪਹਿਲੇ 2 ਸਾਲਾਂ ਦੇ ਵਿੱਚ ਆਪਾਂ ਇਹ ਸਾਰੀਆਂ ਫਸਲਾਂ ਜਾਂ ਇਹ ਵਾਲੇ ਚਾਰੇ ਜਾਂ ਓਟਸ ਆਪਾਂ ਲਾ ਸਕਦੇ ਹਾਂ। ਇਨ ਖਾਰੀਫ ਸੀਜ਼ਨ ਫੋਡਰਸ ਲਾਈਕ ਸ਼ੋਰਗੁਮ ਐਂਡ ਬਾਜਰਾ ਕੈਨ ਬੀ ਗਰੋਨ ਆਫਟਰ ਦ ਫਸਟ ਈਅਰ। ਤਾਂ ਫਸਟ ਈਅਰ ਤੋਂ ਬਾਅਦ ਖਾਰੀਫ ਸੀਜ਼ਨ ਦੇ ਵਿੱਚ ਆਹ ਵਾਲੇ ਫਸਲਾਂ ਆਪਾਂ ਲਾ ਸਕਦੇ ਹਾਂ। ਇਸ ਦੇ ਵਿੱਚ ਆਇਰਨ ਡੈਫੀਸ਼ੀਐਂਸੀ ਰਿਪੋਰਟ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ। ਇਟ ਇਜ਼ ਅਟੈਕਡ ਬਾਈ ਟਰਮਾਈਟਸ ਐਂਡ ਯੂਕਲਿਪਟਸ ਗਾਲ ਵੈਸਪ। ਤਾਂ ਇਸ ਦੇ ਉੱਤੇ ਇਹ ਟਰਮਾਈਟਸ ਜਾਂ ਫਿਰ ਇਹ ਵਾਲਾ ਯੂਕਲਿਪਟਸ ਗਾਲ ਵੈਸਪ ਹੈ ਜਿਹੜਾ ਇਹ ਹਮਲਾ ਕਰਦਾ, ਜਿਹੜਾ ਇਸ ਦੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ। ਹੁਣ ਮੂਵ ਕਰਦੇ ਹਾਂ ਆਪਣੇ ਥਰਡ ਟਰੀ ਦੇ ਵੱਲ, ਜਿਹੜਾ ਬਹੁਤ ਫੇਮਸ ਹੈ ਪੰਜਾਬ ਦੇ ਵਿੱਚ, ਜਿਸ ਨੂੰ ਆਪਾਂ ਡੇਕ ਦੇ ਨਾਮ ਨਾਲ ਜਾਣਦੇ ਹਾਂ। ਕਾਮਨਲੀ ਪਲਾਂਟਡ ਔਨ ਬਾਉਂਡਰੀਜ਼, ਇਹ ਵੀ ਬਾਉਂਡਰੀਜ਼ ਉੱਤੇ ਲਾਇਆ ਜਾਂਦਾ ਹੈ। ਪਲਾਂਟਡ ਔਨ ਲਾਈਟ ਟੂ ਹੈਵੀ ਟੈਕਸਚਰ ਸੋਇਲ ਈਵਨ ਇਨ ਸਲੀਨ ਐਂਡ ਐਲਕਲੀਨ ਕੰਡੀਸ਼ਨਸ। ਤਾਂ ਇਹਨਾਂ ਨੂੰ ਲਾਈਟ ਟੂ ਹੈਵੀ ਟੈਕਸਚਰ ਸੋਇਲ ਦੇ ਵਿੱਚ ਹੀ ਆਪਾਂ ਲਾਉਂਦੇ ਹਾਂ। ਬਰਮਾ ਡੇਕ ਹੈਜ਼ ਸਟ੍ਰੇਟ ਸਟੈਮ, ਨੈਰੋ ਕਰਾਊਨ ਐਂਡ ਗਰੋ ਫਾਸਟਰ ਦੈਨ ਕਾਮਨ ਡੇਕ। ਤਾਂ ਇਹ ਬਰਮਾ ਡੇਕ ਜਿਹੜੀ ਹੈ ਬੇਸਿਕਲੀ ਕਿਸਮ ਹੈ ਜਿਹੜੀ ਆ ਪੰਜਾਬ ਦੇ ਵਿੱਚ ਵੀ ਹੁੰਦੀ ਹੈ। ਇਹ ਸਟ੍ਰੇਟ ਸਟੈਮ ਦੀ ਹੁੰਦੀ ਹੈ, ਨੈਰੋ ਕਰਾਊਨ ਹੁੰਦਾ, ਤੇ ਇਹ ਛੇਤੀ ਗਰੋ ਕਰਦਾ ਐਜ਼ ਕੰਪੇਅਰ ਟੂ ਕਾਮਨ ਡੇਕ। ਪਲਾਂਟਡ ਇਨ ਮੰਥ ਆਫ ਫੈਬ, ਤਾਂ ਫੈਬ ਦੇ ਮਹੀਨੇ 'ਚ ਇਹਨਾਂ ਨੂੰ ਲਾਇਆ ਜਾਂਦਾ। ਸਪੇਸਿੰਗ 7x3 ਮੀਟਰ ਦੀ ਸਪੇਸਿੰਗ ਦੇ ਵਿੱਚ ਹੁੰਦੇ ਆ ਇਹ। ਆਲ ਰਾਬੀ ਕ੍ਰੌਪਸ ਕੈਨ ਬੀ ਰੇਜ਼ਡ ਵਿਦ ਦਿਸ ਟਰੀਜ਼। ਕੋਈ ਵੀ ਰਾਬੀ ਕ੍ਰੌਪ ਹੋਵੇ ਉਹ ਇਸ ਦੇ ਨਾਲ ਰੇਜ਼ ਹੋ ਸਕਦੀ ਹੈ। ਇਟ ਇਜ਼ ਅ ਡੈਸੀਡੀਅਸ ਵਿੰਟਰ ਟਰੀ, ਇਹ ਇੱਕ ਡੈਸੀਡੀਅਸ ਵਿੰਟਰ ਟਰੀ ਦੀ ਕਿਸਮ ਹੈ। ਇਹ
ਤਿੰਨ ਜਿਹੜੇ ਟਰੀਜ਼ ਆਪਾਂ ਪੜ੍ਹੇ ਨੇ ਹੁਣ ਤੱਕ, ਪੋਪੂਲਰ, ਯੂਕੈਲਿਪਟਸ ਤੇ ਡੇਕਸ, ਇਹ ਮੋਸਟ ਕਾਮਨਲੀ ਯੂਜ਼ ਹੋਣ ਵਾਲੇ ਟਰੀਜ਼ ਨੇ ਜਿਹੜੇ ਐਗਰੋ ਫੋਰੈਸਟਰੀ ਇਨ ਪੰਜਾਬ ਦੇ ਵਿੱਚ ਯੂਜ਼ ਕੀਤੇ ਜਾਂਦੇ। ਇਹਨਾਂ ਤੋਂ ਬਿਨਾਂ ਕੁਝ ਹੋਰ ਟਰੀਜ਼ ਵੀ ਨੇ ਜਿਹੜੇ ਹੁਣ ਆਪਾਂ ਨੈਕਸਟ ਪੜਾਂਗੇ। ਤਾਂ ਅਦਰ ਐਗਰੋ ਫੋਰੈਸਟਰੀ ਟਰੀਜ਼ ਆਫ ਪੰਜਾਬ, ਜਮੇਲੀਨਾ ਐਰਬੋਰੀਆ, ਗੋਮਰ ਟੀਕ ਵੀ ਇਹਨੂੰ ਕਹਿੰਦੇ ਆ, ਵਾਈਟ ਟੀਕ, ਤੇ ਲੋਕਲ ਨੇਮ ਇਹਦਾ ਹੈਗਾ ਗਮਾਰ। ਇਹ ਡੈਸੀਡੀਅਸ ਟਰੀ ਹੈ, ਪ੍ਰੈਫਰ ਮੋਇਸਟ ਫਰਟਾਈਲ ਫ੍ਰੀਲੀ ਡਰੇਨਡ ਸੋਇਲ with 750 to 4,500 mm rainfall annually. It flowers Feb to March, ਤਾਂ Feb ਤੋਂ ਮਾਰਚ ਦੇ ਵਿੱਚ ਇਹਦੇ ਫੁੱਲ ਨਿਕਲਦੇ ਨੇ। It's timber used in construction, furniture, music and sports, ਤਾਂ ਇੱਥੇ ਇਹਦੀ ਯੂਜ਼ ਹੁੰਦੀ ਹੈ। ਨੈਕਸਟ ਹੈਗਾ ਆਪਣੇ ਕੋਲ ਟੂਨਾ ਸਿਲੀਏਟਾ, ਬਰਮਾ ਟੂਨ ਵੀ ਕਹਿੰਦੇ ਆ ਇਹਨੂੰ, ਇੰਡੀਅਨ ਸੈਡਾਰ ਵੀ ਕਹਿੰਦੇ ਆ, ਤੇ ਲੋਕਲ ਨੇਮ ਹੈਗਾ ਇਹਦਾ ਮਹਾਨੀਮ ਜਾਂ ਟੁਨ। ਇਹ ਲਾਰਜ ਡੈਸੀਡੀਅਸ ਟਰੀ ਹੁੰਦਾ ਹੈ, ਪ੍ਰੈਫਰ ਵੈਲ ਡਰੇਨਡ ਡੀਪ ਫਰਟਾਈਲ ਸੋਇਲ ਵਿਦ ਰੇਨਫਾਲ ਕੰਜ਼ੰਪਸ਼ਨ ਇਹਦੀ ਆਲਮੋਸਟ ਪਹਿਲੇ ਨਾਲ ਦੀ ਸੇਮ ਹੀ ਹੈ। ਇਟਸ ਟਿੰਬਰ ਇਜ਼ ਰੈਡ ਇਨ ਕਲਰ, ਇਹਦਾ ਟਿੰਬਰ ਰੈਡ ਕਲਰ ਦਾ ਹੁੰਦਾ ਹੈ। ਯੂਜ਼ ਫॉर ਫਰਨੀਚਰ, ਵੁੱਡ ਪੈਨਲਿੰਗ, ਬੋਟ ਬਿਲਡਿੰਗ ਐਂਡ ਮੈਚ ਬਾਕਸਿਸ ਵਾਸਤੇ ਯੂਜ਼ ਹੁੰਦਾ। ਸੋ ਦ ਥਰਡ ਵਨ ਇਜ਼ ਮੇਲੀਆ ਕੰਪੋਸਟਾ, ਕੋਰਾਨੀਮ, ਲੋਕਲ ਨੇਮ ਬਰਮਾ ਡੇਕ, ਜਿਹੜਾ ਆਪਾਂ ਸਟਾਰਟਿੰਗ 'ਚ ਪੜ੍ਹਿਆ ਇਸਦਾ ਇਹ ਲੋਕਲ ਨੇਮ ਹੈ। ਇਹ ਜਿਹੜੇ ਇਹ ਵਾਲੇ ਨੇਮ ਨੇ ਇਹ ਬੋਟੈਨੀਕਲ ਨੇਮਸ ਨੇ ਸਾਰਿਆਂ ਦੇ। ਇਹ ਟਰੀ ਜਿਹੜਾ ਹੈ ਪ੍ਰੈਫਰ ਵੈਲ ਡਰੇਨਡ ਸੋਇਲ ਵਿਦ 750 to 250 mm ਰੇਨਫਾਲ ਐਨੂਅਲੀ। ਵੁੱਡ ਇਜ਼ ਮੋਡਰੇਟਲੀ ਹਾਰਡ, ਤਾਂ ਮੋਡਰੇਟਲੀ ਹਾਰਡ ਇਹਦੀ ਵੁੱਡ ਮੰਨੀ ਜਾਂਦੀ ਹੈ, ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦੀ। ਤਾਂ ਹੁਣ ਜਿਹੜਾ ਫੋਰਥ ਟਾਈਪ ਆਫ ਟਰੀ ਹੈਗਾ ਉਹ ਹੈਗਾ ਤੈਲਬੇਰਗੀਆ ਸਿਸੋ, ਇੰਡੀਅਨ ਰੋਜ਼ਵੁੱਡ ਕਹਿੰਦੇ ਨੇ ਇਹਨੂੰ, ਸ਼ੀਸ਼ਮ, ਲੋਕਲ ਨੇਮ ਟਾਲੀ, ਪੰਜਾਬ 'ਚ ਟਾਲੀ ਦੇ ਨਾਮ ਨਾਲ ਜਾਣਿਆ ਜਾਂਦਾ। ਸਟੇਟ ਟਰੀ ਆਫ ਪੰਜਾਬ ਵੀ ਹੈਗਾ, ਇਹ ਇੰਪੋਰਟੈਂਟ ਹੈ। ਗਰੋ ਇਨ ਵਾਈਡ ਰੇਂਜ ਆਫ ਸੋਇਲ ਵਿਦ 500 to 4,500 mm रेनफॉल एनुअली। इट इज़ गुड कॉपिस ट्री स्पीसीज, ठीक है, एक गुड कोपाइस ट्री दी किस्म है। फ्लावर्स ऑफ दिस आर यूजफुल सोर्स ऑफ हनी, वुड यूज फॉर हाई क्वालिटी फर्नीचर, ऑर्नामेंटल, टर्निंग एक्सेट्रा। ਤਾਂ ਇਸਦੀ ਵੁੱਡ ਵੀ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ, ਜਿਹਦੇ ਹਾਈ ਕੁਆਲਿਟੀ ਫਰਨੀਚਰ ਬਣਦੇ, ਔਰਨਾਮੈਂਟਲ ਚੀਜ਼ਾਂ ਵੀ ਇਹ ਤੋਂ ਬਣਦੀਆਂ ਨੇ। ਨੈਕਸਟ ਹੈਗਾ ਜ਼ੈਡਰਿਚਟਾ ਇੰਡੀਕਾ, ਇੰਡੀਅਨ ਲਿਲਾਸ ਵੀ ਇਹਨੂੰ ਕਹਿੰਦੇ, ਲੋਕਲ ਨੇਮ ਇਹਦਾ ਨਿੰਮ ਜਾਂ ਨੀਮ ਵੀ ਕਹਿੰਦੇ ਨੇ। ਐਵਰਗ੍ਰੀਨ ਟਰੀ ਆਫ ਮਹੋਗਨੀ ਫੈਮਿਲੀ ਦਾ ਇਹ ਟਰੀ ਹੈਗਾ, ਐਵਰਗ੍ਰੀਨ ਟਰੀ ਹੈ ਨਾਲੇ। ਪ੍ਰੈਫਰ ਵੈਲ ਡਰੇਨਡ ਡੀਪ ਐਂਡ ਸੈਂਡੀ ਸੋਇਲ ਵਿਦ 400 to 1200 mm ਰੇਨ ਐਨੂਅਲੀ। ਲੀਵਸ ਯੂਜ਼ਡ ਫॉर ਪ੍ਰੀਵੈਂਟਿੰਗ ਇਨਸੈਕਟਸ, ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਨਿੰਮ ਦੇ ਪੱਤੇ ਰੱਖ ਦਿਓ ਤਾਂ ਕੀੜੇ ਪਕੌੜੇ ਨਹੀਂ ਆਉਂਦੇ। ਨੀਮ ਆਇਲ ਯੂਜ਼ਡ ਇਨ ਕਾਸਮੈਟਿਕ, ਸੋਪ, ਸ਼ੈਂਪੂ ਐਕਸੈਟਰਾ, ਤਾਂ ਨਿੰਮ ਦਾ ਜਿਹੜਾ ਤੇਲ ਹੁੰਦਾ ਹੈ ਉਹ ਵੀ ਬੇਸਿਕਲੀ ਯੂਜ਼ ਕੀਤਾ ਜਾਂਦਾ ਅਲੱਗ-ਅਲੱਗ ਕਾਸਮੈਟਿਕਸ ਦੇ ਵਿੱਚ, ਸੋਪ ਦੇ ਵਿੱਚ, ਸ਼ੈਂਪੂਜ਼ ਦੇ ਵਿੱਚ ਵੀ ਆਉਂਦਾ। ਵੁੱਡ ਇਜ਼ ਹੈਵੀ, ਡਿਊਰੇਬਲ ਐਂਡ ਮੀਡੀਅਮ ਟਫ। ਸੋ ਨੈਕਸਟ ਹੈਗਾ ਸੈਲਿਕਸ ਐਲਬਾ, ਵਾਈਟ ਵਿਲੋ ਕਹਿੰਦੇ ਨੇ, ਲੋਕਲ ਨੇਮ ਹੈਗਾ ਵਿਲੋ, ਡੈਸੀਡੀਅਸ ਟਰੀ ਹੈ ਵੀ। ਪ੍ਰੈਫਰ ਮੋਇਸਟ ਐਂਡ ਵੈਟ ਹੈਵੀ ਸੋਇਲ ਇਨ ਸਨੀ ਪੋਜੀਸ਼ਨ। ਬ੍ਰਾਂਚਿਸ ਫਰੋਮ ਪੋਲਾਰਡਡ ਪਲਾਂਟਸ ਆਰ ਯੂਜ਼ਡ ਫॉर ਬਾਸਕਟ ਮੇਕਿੰਗ, ਤਾਂ ਇਹਦੀਆਂ ਜਿਹੜੀਆਂ ਟਾਹਣੀਆਂ ਨੇ ਜਾਂ ਜਿਹੜੇ ਪੱਤੇ ਨੇ ਉਹ ਬਾਸਕਟ ਮੇਕਿੰਗ ਵਾਸਤੇ ਯੂਜ਼ ਹੁੰਦੇ ਨੇ। ਵੁੱਡ ਯੂਜ਼ ਟੂ ਮੇਕਿੰਗ ਕ੍ਰਿਕਟ ਬੈਟਸ ਡਿਊ ਟੂ ਇਟਸ ਲਾਈਟ ਵੇਟ, ਤਾਂ ਹਲਕੀ ਹੁੰਦੀ ਹੈ ਇਹ ਲੱਕੜ ਅਤੇ ਇਹਦੇ ਕ੍ਰਿਕਟ ਦੇ ਬੈਟਸ ਵੀ ਬਣਦੇ ਨੇ। ਸੋ ਵਿਦ ਦਿਸ ਜਿਹੜੇ ਅਦਰ ਟਾਈਪਸ ਆਫ ਟਰੀਜ਼ ਸੀਗੇ ਪੰਜਾਬ 'ਚ ਉਹ ਹੋ ਗਏ, ਐਕਸੈਪਟ ਹੁਣ ਆਪਾਂ ਗੱਲ ਕਰਾਂਗੇ ਕੰਢੀ ਰੀਜਨ ਦੇ ਟਰੀਜ਼ ਦੀ, ਜਿਹੜੇ ਕੰਢੀ ਰੀਜਨ ਦੇ ਵਿੱਚ ਯੂਜ਼ ਹੁੰਦੇ ਨੇ। ਹੁਸ਼ਿਆਰਪੁਰ ਸਾਈਡ ਦੇ ਜਿਹੜੇ ਏਰੀਆਜ਼ ਨੇ ਉੱਥੇ ਜਿਹੜੇ ਟਰੀਜ਼ ਪਾਏ ਜਾਂਦੇ ਨੇ ਉਹਨਾਂ ਦੀ ਹੁਣ ਆਪਾਂ ਗੱਲ ਕਰਾਂਗੇ। ਕੰਢੀ ਰੀਜਨ ਦੇ ਸਭ ਤੋਂ ਪਹਿਲਾਂ ਹੈਗਾ ਗ੍ਰੀਵੀਆ ਓਪਟੀਵਾ, ਬੀਮਲ ਵੀ ਕਹਿੰਦੇ ਆ ਇਹਨੂੰ, ਲੋਕਲ ਨੇਮ ਹੈਗਾ ਬਿਊਲ ਜਾਂ ਦਮਨ, ਧਮਾਨ ਵੀ ਕਹਿੰਦੇ ਆ। ਮੋਡਰੇਟ ਸਾਈਜ਼ ਡੈਸੀਡੀਅਸ ਟਰੀ ਹੁੰਦਾ ਹੈ। ਸ਼ੈਡਸ ਲੀਵ ਇਨ ਮਾਰਚ ਟੂ ਅਪ੍ਰੈਲ ਐਂਡ ਫਰੂਟ ਰਿਪਨ ਇਨ ਅਕਟੂਬਰ ਟੂ ਦਸੰਬਰ। ਯੂਜ਼ਡ ਫॉर ਸ਼ਾਫਟਸ, ਸ਼ੋਲਡਰ, ਪੋਲਸ, ਕੋਟ ਫਰੇਮਸ ਐਕਸੈਟਰਾ। ਸੈਕਿੰਡ ਹੈਗਾ ਡੈਂਡਰੋਕੈਲਮਸ ਸਟ੍ਰਿਕਟਸ, ਲੋਕਲ ਨੇਮ ਬੈਂਬੂ ਹੈ। ਰਿਕੁਆਇਰਡ ਸੈਂਡੀ ਲੋਮ ਟੂ ਕਲੇ ਲੋਮ, ਵੈਲ ਡਰੇਨਡ ਸੋਇਲ ਹੈ ਇਹ। ਯੂਜ਼ਡ ਫॉर ਲੈਡਰ ਮੇਕਿੰਗ ਐਂਡ ਰੂਫ ਐਕਸੈਟਰਾ। ਬਾਂਸ ਜਿਹਨੂੰ ਆਪਾਂ ਕਹਿੰਦੇ ਹਾਂ ਬੇਸਿਕਲੀ ਬੈਂਬੂ, ਤਾਂ ਇਹ ਲੈਡਰ ਇਹਦੀਆਂ ਬਣਦੀਆਂ ਨੇ ਪੌੜੀਆਂ, ਠੀਕ ਹੈ ਜੀ, ਅਤੇ ਰੂਫਿੰਗ ਵਾਸਤੇ ਵੀ ਇਹਨੂੰ ਯੂਜ਼ ਕੀਤਾ ਜਾਂਦਾ। ਕੰਸਟਰਕਸ਼ਨ ਲਾਈਨ 'ਚ ਇਹਦਾ ਇਸਤੇਮਾਲ ਹੁੰਦਾ, ਜਦੋਂ ਲੈਂਟਰ ਪਾਉਣਾ ਹੁੰਦਾ ਤਾਂ ਲੈਂਟਰ ਨੂੰ ਸਪੋਰਟ ਕਰਨ ਵਾਸਤੇ ਵੀ ਬਾਂਸ ਦੀਆਂ ਲੱਕੜਾਂ ਦਾ ਇਸਤੇਮਾਲ ਹੁੰਦਾ। ਨੈਕਸਟ ਟਰੀ ਹੈਗਾ ਐਲਬੀਜ਼ੀਆ ਲਿਬੈਕ, ਈਸਟ ਇੰਡੀਅਨ ਵਾਲਨਟ ਵੀ ਕਹਿੰਦੇ ਆ, ਲੋਕਲ ਨੇਮ ਸੀਰੀਸ। ਗਰੋ ਇਨ ਵਰਾਇਟੀਜ਼ ਆਫ ਸੋਇਲਸ,
अलग अलग वैरायटी की सॉइल च ग्रो हो सकता है। रेनफॉल 630 to 2550 mm चाहिए होंगी एनुअली। लीव्स फॉलिंग इन अक्टूबर टू नवंबर। न्यू लीव्स मार्च ते अप्रैल ਦੇ ਵਿੱਚ ਆਉਂਦੇ ਨੇ। ਲੀव्स ਬਾਕਸ ਫਲਾਵਰਸ ਆਰ ਯੂਜ਼ ਮੈਡੀਕਲੀ, ਤਾਂ ਮੈਡੀਕਲ ਪਰਪਸ ਵਾਸਤੇ ਇਹਦੇ ਲੀਵਸ ਵੀ ਯੂਜ਼ ਹੁੰਦੇ ਆ, ਬਾਕ ਵੀ ਯੂਜ਼ ਹੁੰਦੀ ਹੈ ਅਤੇ ਫਲਾਵਰਸ ਵੀ ਯੂਜ਼ ਹੁੰਦੇ। ਨੈਕਸਟ ਹੈਗਾ ਅਸੈਸ਼ੀਆ ਨਿਲੋਟਿਕਾ, ਲੋਕਲ ਨੇਮ ਇਹਦਾ ਬਬੂਲ ਹੈ, ਪੰਜਾਬ 'ਚ ਇਹਨੂੰ ਕਿੱਕਰ ਦੇ ਨਾਮ ਨਾਲ ਜਾਣਿਆ ਜਾਂਦਾ। ਗਰੋ ਇਨ ਵੈਰਾਈਟੀ ਆਫ ਸੋਇਲਸ, ਅਲੱਗ ਅਲੱਗ ਵੈਰਾਈਟੀ ਆਫ ਸੋਇਲ 'ਚ ਲੱਗ ਜਾਂਦਾ ਹੈ। ਫ੍ਰੀਕੁਐਂਟਲੀ ਫਾਊਂਡ ਔਨ ਐਲੂਵੀਅਲ ਸੋਇਲ, ਖਾਸ ਕਰਕੇ ਇਹ ਅਕਸਰ ਜਿਹੜਾ ਕਾਮਨਲੀ ਇਹ ਐਲੂਵੀਅਲ ਸੋਇਲ ਦੇ ਵਿੱਚ ਪਾਇਆ ਜਾਂਦਾ ਇਨ ਨਾਰਥ ਇੰਡੀਆ ਦੇ ਵਿੱਚ। ਫਲਾਵਰਿੰਗ ਟੇਕ ਪਲੇਸ ਇਨ ਜੂਨ ਟੂ ਜੁਲਾਈ, ਉਦੋਂ ਇਹਦੇ ਫਲਾਵਰ ਆਉਂਦੇ ਨੇ। ਵੁੱਡ ਯੂਜ਼ਡ ਇਨ ਕੰਸਟਰਕਸ਼ਨਲ ਵਰਕ ਫॉर ਪੋਸਟ ਬੀਮ ਐਂਡ ਡੋਰ ਫਰੇਮਸ, ਉਸਦੇ ਵਿੱਚ ਕੰਸਟਰਕਸ਼ਨ ਵਰਕ ਦੇ ਵਿੱਚ ਇਹਦਾ ਇਸਤੇਮਾਲ ਹੁੰਦਾ ਵੀ ਲੱਕੜ ਦਾ। ਲੀਵਸ ਆਰ ਗੁੱਡ ਸੋਰਸ ਆਫ ਗੋਟ ਐਂਡ ਸ਼ੀਪ ਫੋਡਰ, ਤਾਂ ਗੋਟ ਅਤੇ ਸ਼ੀਪ ਦੇ ਚਾਰੇ ਵਾਸਤੇ ਇਹਦੇ ਪੱਤੇ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਕਿਉਂਕਿ ਉਹ ਇਸ ਦੇ ਪੱਤੇ ਜ਼ਿਆਦਾਤਰ ਖਾਂਦੇ ਨੇ। ਜਿਹੜਾ ਨੈਕਸਟ ਹੈਗਾ ਉਹ ਹੈਗਾ ਲਿਊਸੀਆਨਾ ਲਿਊਕੋਸੀਫੈਲਾ, ਮਿਰੈਕਲ ਟਰੀ ਵੀ ਕਹਿੰਦੇ ਨੇ ਇਹਨੂੰ, ਇਪਿਲ ਵੀ ਨਾਮ ਹੈ ਇਹਦਾ। ਲੋਕਲ ਨੇਮ ਹੈਗਾ ਸੁਬਾਬੁਲ। ਗਰੋਨ ਵੈਲ ਔਨ ਡੀਪ ਵੈਲ ਡਰੇਨ ਨਿਊਟਰਲ ਟੂ ਕੈਲਕਰੀਅਸ ਸੋਇਲ ਦੇ ਵਿੱਚ ਇਹ ਗਰੋ ਹੁੰਦਾ। ਅਤੇ ਲਾਸਟ ਟਾਈਪ ਜਿਹੜੀ ਹੈਗੀ ਆ ਉਹ ਹੈਗੀ ਆ ਅਸੈਸੀਆ ਕੈਚਰ, ਕੱਚ ਟਰੀ ਵੀ ਕਹਿੰਦੇ ਆ, ਲੋਕਲ ਨੇਮ ਹੈਗਾ ਖੈਰ ਦਾ ਦਰਖਤ। ਪ੍ਰੈਜੈਂਟ ਇਨ ਡਰਾਈ ਰੀਜਨ ਦੇ ਵਿੱਚ ਪਾਇਆ ਜਾਂਦਾ ਹੈ। ਲੀਵ ਸ਼ੈਡ ਇਨ ਫੈਬ ਐਂਡ ਨਿਊ ਵਨਸ ਕਮ ਇਨ ਐਂਡ ਆਫ ਅਪ੍ਰੈਲ। ਖੈਰ ਇਜ਼ ਪ੍ਰੋਡਿਊਸ ਫॉर ਕੱਥਾ ਐਂਡ ਕੱਚ। ਰੇਨਫॉल 3800 mm 3800 mm ਐਨੂਅਲੀ ਇਹਨੂੰ ਚਾਹੀਦੀ ਹੁੰਦੀ ਹੈ। ਸੋ ਵਿਦ ਦਿਸ ਜਿਹੜੇ ਆਪਣੇ ਟਾਈਪਸ ਆਫ ਟਰੀਜ਼ ਹੈਗੇ ਐਗਰੋ ਫੋਰੈਸਟਰੀ ਵਾਸਤੇ ਉਹ ਕੰਪਲੀਟ ਹੁੰਦੇ ਆ। ਤਾਂ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਂਡ ਡੋਂਟ ਫੋਰਗੈਟ ਟੂ ਹਿਟ ਦ ਬੈਲ ਆਈਕਨ। ਥੈਂਕ ਯੂ।